ਨਵੀਂ ਤਾਜ਼ੀ ਵੇਖ ਰਹੇ ਹੋ ਤੁਸੀਂ ਦੋਸਤੋ, ਸ਼ਾਮ ਨੂੰ ਗੁਰਪ੍ਰੀਤ ਸਿੰਘ ਦੇ ਨਾਲ YouTube ਦੇ ਇਸ ਪਲੇਟਫਾਰਮ ਤੇ। ਅੱਜ ਹੈ ਜੀ 30 ਜਨਵਰੀ, ਦਿਨ ਸ਼ੁੱਕਰਵਾਰ। ਬੰਦਾ ਹਾਜ਼ਰ ਹੈ ਤੁਹਾਡੇ ਸਾਹਮਣੇ ਬਹੁਤ ਸਾਰੀ ਖਬਰਾਂ ਲੈ ਕੇ। ਖਬਰਾਂ ਤੋਂ ਬਾਅਦ ਇੱਕ ਬਹੁਤ ਹੀ ਖਾਸ ਸਮਾਨ ਦੇ ਨਾਲ ਬਹੁਤ ਹੀ ਖਾਸ ਗੱਲਬਾਤ। ਸਭ ਤੋਂ ਪਹਿਲਾਂ ਆਓ ਅੱਜ ਦੀਆਂ ਵੱਡੀਆਂ ਵੱਡੀਆਂ ਸੁਰਖੀਆਂ ਤੇ ਨਿਗਾਹ ਮਾਰਦੇ ਹਾਂ। ਵੱਡੀਆਂ ਵੱਡੀਆਂ ਖਬਰਾਂ ਤੇ ਇੱਕ ਵੱਡੀ ਖਬਰ ਆ ਰਹੀ ਹੈ ਮਿਆਂਮਾਰ ਤੋਂ, ਜਿੱਥੇ ਫੌਜ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿੱਚ 170 ਮੌਤਾਂ ਹੋਈਆਂ ਨੇ। ਸੰਯੁਕਤ ਰਾਸ਼ਟਰ ਨੇ ਵੀ ਰੌਲਾ ਪਾਇਆ। ਬਹੁਤ ਵੱਡੀ ਡਿਵੈਲਪਮੈਂਟ ਹੈ, ਮਿਆਂਮਾਰ ਤੋਂ ਇਹ ਖਬਰ ਆ ਰਹੀ ਹੈ। ਅਗਲੀ ਵੱਡੀ ਖਬਰ ਕਿ ਕੁਬੈਕ ਦੇ ਵਿੱਚ 2017 ਵਿੱਚ ਇੱਕ ਮਸਜਿਦ ਉੱਪਰ ਨਫ਼ਰਤੀ ਹਮਲਾ ਹੋਇਆ ਸੀ, ਜਿਸ ਵਿੱਚ 6 ਵਿਅਕਤੀ ਮਾਰੇ ਗਏ ਸਨ, ਅਨੇਕਾਂ ਹੋਰ ਜ਼ਖਮੀ ਹੋਏ ਸਨ। ਉਸ ਦੁਕਾਨ ਵਿੱਚ ਮਾਰੇ ਗਏ ਲੋਕਾਂ ਨੂੰ ਕੱਲ੍ਹ ਯਾਦ ਕੀਤਾ ਗਿਆ। ਅਖੀਰਲੀ ਜਿਹੜੀ ਵੱਡੀ ਖਬਰ ਹੈ ਕਿ ਪੀਅਰ ਪੋਲੀਅਮ ਜਿਹੜੇ ਟੋਰੀ ਪਾਰਟੀ ਦੇ ਆਗੂ ਨੇ, ਉਹਨਾਂ ਦਾ ਭਵਿੱਖ ਇਸ ਸਮੇਂ ਡਾਵਾਂਡੋਲ ਹੈ। ਸੋ ਆਪਣੀ ਪਦਵੀ ਨੂੰ ਬਚਾਉਣ 'ਚ ਲੱਗੇ ਹੋਏ ਨੇ ਔਰ ਲੀਡਰਸ਼ਿਪ ਤੋਂ ਹੱਥ ਧੋਣ ਦੇ ਲਾਲੇ ਪਏ ਹੋਏ ਨੇ। ਵੇਖਦੇ ਹਾਂ ਕੀ ਬਣਦਾ ਨਹੀਂ ਬਣਦਾ, ਪਰ ਖਬਰ ਇਹ ਵੀ ਬਹੁਤ ਵੱਡੀ ਹੈ, ਧਿਆਨ ਮੰਗਦੀ ਹੈ। 100 ਕ੍ਰਮਵਾਰ ਨਾਲ ਖਬਰਾਂ ਨੂੰ ਵਿਛਾਲਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਮਿਆਂਮਾਰ ਬਾਰੇ। ਉੱਥੇ ਕੀ ਹੋਇਆ ਕਿ ਫੌਜੀ ਸ਼ਾਸਕਾਂ ਵੱਲੋਂ ਹਵਾਈ ਹਮਲੇ ਕੀਤੇ ਗਏ, ਜਿਸ ਦੇ ਚੱਲਦਿਆਂ 170 ਮੌਤਾਂ ਹੋਈਆਂ ਨੇ। ਸੰਯੁਕਤ ਰਾਸ਼ਟਰ ਦਾ ਕਹਿਣਾ ਕਿ ਜਦੋਂ ਚੋਣਾਂ ਹੋਈਆਂ ਮਿਆਂਮਾਰ ਦੇ ਵਿੱਚ, ਤਾਂ ਉਸ ਦੌਰਾਨ ਹਵਾਈ ਹਮਲੇ ਕੀਤੇ ਗਏ ਵੱਖ-ਵੱਖ ਥਾਵਾਂ ਤੇ। 170 ਵਿਅਕਤੀ ਮੌਤ ਦੀ ਭੇਟ ਚੜ੍ਹ ਗਏ ਨੇ। ਔਰ ਇਹਨਾਂ ਚੋਣਾਂ ਦੌਰਾਨ ਕੀ ਹੋਇਆ ਕਿ ਫੌਜੀ ਸ਼ਾਸਕਾਂ ਵੱਲੋਂ ਜਿਸ ਪਾਰਟੀ ਦੀ ਹਮਾਇਤ ਕੀਤੀ ਗਈ, ਉਸ ਪਾਰਟੀ ਨੇ ਚੋਣ ਜਿੱਤੀ ਹੈ। ਸੋ ਪੂਰੀ ਦੀ ਪੂਰੀ ਚੋਣ ਪ੍ਰਕਿਰਿਆ ਦੇ ਵਿੱਚ ਸਵਾਲੀਆ ਚਿੰਨ੍ਹ ਲੱਗਿਆ ਹੋਇਆ। ਮਿਆਂਮਾਰ ਦੇ ਵਿੱਚ ਫੌਜੀ ਸ਼ਾਸਕਾਂ ਦੀ ਚੜ੍ਹ ਮੱਚੀ ਹੋਈ ਹੈ ਔਰ ਉਹਨਾਂ ਨੇ ਸੱਤਾ ਹਥਿਆਲੀ ਸੀਗੀ, ਜਿਸ ਤੋਂ ਪਿੱਛੋਂ ਉੱਥੇ ਜਦੋਂ ਚੋਣਾਂ ਹੋਈਆਂ ਤਾਂ ਜਿਹੜੀ ਪਾਰਟੀ ਨੂੰ ਉਹਨਾਂ ਦੀ ਬੈਕਿੰਗ ਸੀ, ਉਹਨਾਂ ਦਾ ਸਮਰਥਨ ਸੀ, ਉਸ ਨੇ ਚੋਣਾਂ ਜਿੱਤੀਆਂ ਨੇ। ਸੋ ਵਿਰੋਧੀ ਧਿਰਾਂ ਦਾ, ਹਿਊਮਨ ਰਾਈਟਸ ਵਾਲਿਆਂ ਦਾ ਮੰਨਣਾ ਕਿ ਧਾਂਦਲੀਆਂ ਹੋਈਆਂ ਨੇ। ਸੋ ਚੋਣ ਪ੍ਰਕਿਰਿਆ ਉੱਪਰ ਹੀ ਸਵਾਲੀਆ ਚਿੰਨ੍ਹ ਲੱਗੇ ਹੋਏ ਨੇ, ਜਿਸ ਦੇ ਮੱਦੇਨਜ਼ਰ ਹੁਣ 170 ਵਿਅਕਤੀਆਂ ਦੇ ਮਾਰੇ ਜਾਣ ਦਾ ਇੱਕ ਸਮਾਚਾਰ ਮਿਲ ਰਿਹਾ, ਜਿਹੜਾ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ। ਅਗਲੀ ਵੱਡੀ ਖਬਰ ਕਿ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਈਰਾਨ ਨੂੰ ਘੁਰਕੀ ਦੇ ਰਹੇ ਨੇ। ਉਹਨਾਂ ਦਾ ਕਹਿਣਾ ਕਿ ਈਰਾਨ ਦੇ ਕੋਲ ਦੋ ਹੀ ਰਸਤੇ ਨੇ। ਇੱਕ ਤਾਂ ਉਹਨਾਂ ਦਾ ਕਹਿਣਾ ਕਿ ਨਿਊਕਲੀਅਰ ਪ੍ਰੋਗਰਾਮ ਬੰਦ ਕਰਨ ਆਪਣਾ, ਦੂਜਾ ਵਿਖਾਵਾਕਾਰੀਆਂ ਤੇ ਜਿਹੜੇ ਜ਼ੁਲਮ ਢਾ ਰਹੇ ਨੇ ਉਹ ਬੰਦ ਕਰਨ, ਨਹੀਂ ਤਾਂ ਜੰਗ ਹੋ ਕੇ ਰਹੇਗੀ। ਉਧਰ ਈਰਾਨ ਨੇ ਵੀ ਕਿਹਾ ਕਿ ਜਿਹੜੀ ਅਮਰੀਕਾ ਦੀ ਸਰਕਾਰ ਹੈ ਜਾਂ ਯੂਰਪੀ ਯੂਨੀਅਨ ਵਾਲੇ, ਜਿਨ੍ਹਾਂ ਨੇ ਉਹਨਾਂ ਦੇ ਇਰਾਨੀਅਨ ਰੈਵੋਲੂਸ਼ਨਰੀ ਗਾਰਡ ਦਸਤੇ ਨੂੰ ਦਹਿਸ਼ਤਗਰਦ ਸੰਗਠਨ ਕਰਾਰ ਦਿੱਤਾ, ਉਹਨਾਂ ਦਾ ਕਹਿਣਾ ਕਿ ਦੋਗਲੇ ਨੇ। ਅਮਰੀਕਾ ਵੀ ਦੋਗਲਾ ਹੈ, ਯੂਰਪੀ ਯੂਨੀਅਨ ਵੀ ਦੋਗਲੀ ਹੈ। ਉਹਨਾਂ ਦਾ ਕਹਿਣਾ ਕਿ ਕਿੰਨਾ ਕੁਛ ਤਾਂ ਇਜ਼ਰਾਈਲ ਕਰ ਰਿਹਾ, ਗਾਜ਼ਾ ਵਿੱਚ ਕਿੰਨਾ ਕੁਛ ਹੋ ਰਿਹਾ, ਉੱਥੇ ਵੀ ਲੋਕਾਂ ਦੇ ਵਿਦਰੋਹ ਨੂੰ ਦਬਾਇਆ ਜਾ ਰਿਹਾ। ਉੱਥੇ ਕਿਉਂ ਨਹੀਂ ਪੱਛਮੀ ਦੇਸ਼ਾਂ ਦੀਆਂ ਤਾਕਤਾਂ ਜਾਂ ਅਮਰੀਕਾ ਵਾਲੇ ਕੁਝ ਕਰਦੇ? ਸਾਡੇ ਹੀ ਮਗਰ ਪਏ ਹੋਏ ਨੇ, ਪੰਜ ਬਣਾਇਆ ਜਾ ਰਿਹਾ, ਵਿਖਾਵਾਕਾਰੀਆਂ 'ਤੇ ਜ਼ੁਲਮ ਕਰ ਰਹੇ ਨੇ ਵਗੈਰਾ ਵਗੈਰਾ। ਸੋ ਜਿੱਥੇ ਅਸੀਂ ਵੇਖਦੇ ਹਾਂ ਕਿ ਈਰਾਨ ਦੇ ਵਿੱਚ ਵਿਖਾਵਾਕਾਰੀਆਂ ਦੇ ਮਸਲੇ ਨੂੰ ਲੈ ਕੇ ਅਮਰੀਕਾ ਰੌਲਾ ਪਾ ਰਿਹਾ, ਉੱਥੇ ਆਪਣੇ ਦੇਸ਼ ਵਿੱਚ ਕੀ ਹੋ ਰਿਹਾ ਇਹ ਵੀ ਵੇਖੋ। ਦੇਖੋ ਉੱਥੇ ਇਸ ਸਮੇਂ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਏਜੰਸੀ ਵਾਲੇ ਦੋਸ਼ ਲੱਗਦੇ ਨੇ ਕਿ ਉਹਨਾਂ ਵੱਲੋਂ ਵਾਧੂ ਤਾਕਤ ਇਸਤੇਮਾਲ ਕੀਤੀ ਜਾ ਰਹੀ। ਘੱਟੋ ਘੱਟ 2 ਵਿਅਕਤੀਆਂ ਨੂੰ ਪਿੱਛੇ ਜੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਤੋਂ ਲੈ ਕੇ ਲੋਕ ਸੜਕਾਂ 'ਤੇ ਨਿਕਲ ਆਏ ਨੇ। ਸੋ ਉਹਨਾਂ ਦੇ ਵਿਦਰੋਹ ਨੂੰ ਦਬਾਉਣ ਲਈ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਦੇਸ਼ ਦੀ ਫੌਜ ਨੂੰ ਉੱਥੇ ਝੋਕਣਾ ਚਾਹੁੰਦੇ ਨੇ ਔਰ ਇਸ ਵਿਰੋਧ ਨੂੰ ਉਹਨਾਂ ਨੇ ਕਈ ਵਾਰ ਅਰਾਜਕਤਾ ਗਰਦਾਨਿਆ। ਸੋ ਆਪਣੇ ਦੇਸ਼ ਵਿੱਚ ਵਿਖਾਵਾਕਾਰੀ ਨਾਲ ਉਹ ਕਿਸ ਤਰ੍ਹਾਂ ਪੇਸ਼ ਆ ਰਹੇ ਨੇ, ਉਹਨਾਂ ਨੂੰ ਕਿੰਨੀ ਕੁ ਰਿਆਇਤ ਦੇ ਰਹੇ ਨੇ, ਤੁਸੀਂ ਆਪ ਹੀ ਵੇਖ ਸਕਦੇ ਹੋ। ਪਰ ਈਰਾਨ ਵਿੱਚ ਕੀ ਹੋ ਰਿਹਾ, ਉਸ ਦੀ ਉਹਨਾਂ ਨੂੰ ਬੜੀ ਫਿਕਰ ਹੈ। ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਈਰਾਨ ਨੇ ਕਿਹਾ ਕਿ ਅਮਰੀਕਾ ਤੇ ਯੂਰਪੀ ਯੂਨੀਅਨ ਦੋਨੇ ਹੀ ਸਿਲੈਕਟਿਵ ਨੇ। ਅਗਲੀ ਜਿਹੜੀ ਵੱਡੀ ਖਬਰ ਕਿ ਅਮਰੀਕਾ ਦੇ ਵਿੱਚ CNN ਦੇ ਸਾਬਕਾ ਹੋਸਟ ਡੌਨ ਲੈਮਨ ਨੂੰ ਗ੍ਰਿਫਤਾਰ ਕੀਤਾ ਗਿਆ। ਕਸੂਰ ਕੀ ਸੀ ਲੈਮਨ ਦਾ? ਉੱਥੇ ਇੱਕ ਚਰਚ ਵਿੱਚ ਵਿਖਾਵਾਕਾਰੀ ਪਹੁੰਚੇ ਹੋਏ ਸੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਸੀ ਦੇ ਅਧਿਕਾਰੀਆਂ ਦਾ ਵਿਰੋਧ ਕਰਨ ਲਈ, ਕਿਉਂਕਿ ਇੱਕ ਪੈਸਟਰ ਬਾਰੇ ਮੰਨਿਆ ਜਾ ਰਿਹਾ ਕਿ ਉਹ ਇਸ ਏਜੰਸੀ ਲਈ ਕੰਮ ਕਰਦਾ। ਜਦੋਂ ਵਿਰੋਧ ਕਰਨ ਲਈ ਪਹੁੰਚੇ ਤਾਂ ਡੌਨ ਲੈਮਨ ਵੀ ਉੱਥੇ ਪਹੁੰਚ ਗਿਆ ਵੀਡੀਓ ਰਿਕਾਰਡਿੰਗ ਕਰਨ ਲਈ। ਹੁਣ ਪਹਿਲਾਂ ਤਾਂ ਕੁਝ ਲੋਕਾਂ ਨੂੰ ਫੜਿਆ ਗਿਆ ਇਸ ਮਾਮਲੇ ਵਿੱਚ ਕਿ ਇਹਨਾਂ ਨੇ ਰੋਸ ਵਿਖਾਵਾ ਕੀਤਾ, ਉੱਥੇ ਜਾ ਕੇ ਖਰੂਦ ਪਾਇਆ। ਹੁਣ ਡੌਨ ਲੈਮਨ ਨੂੰ ਵੀ ਫੜ ਲਿਆ ਗਿਆ। ਸੋ ਇਹ ਤੁਸੀਂ ਇਹ ਵੇਖੋ ਕਿ ਇੱਕ ਪੱਤਰਕਾਰ ਨੂੰ ਫੜ ਲਿਆ ਗਿਆ ਸਿਰਫ ਰਿਕਾਰਡਿੰਗ ਕਰਨ ਵਾਸਤੇ। ਸੋ ਅਮਰੀਕਾ ਦੇ ਵਿੱਚ ਇਹ ਗੱਲ ਕਹੀ ਜਾਂਦੀ ਕਿ ਹਿਊਮਨ ਰਾਈਟਸ ਦੇ ਬੜੇ ਵੱਡੇ ਲੰਬਰਦਾਰ ਨੇ। ਹੁਣ ਇਹ ਦੱਸਿਆ ਜਾ ਰਿਹਾ ਕਿ ਚੀਨ ਤੋਂ ਕੋਈ ਸੱਜਣ ਆਇਆ, ਉਸਨੇ ਚੀਨ ਵਿੱਚ ਮਨੁੱਖੀ ਹੱਕਾਂ ਦੇ ਘਾਣ ਦੀ ਕੋਈ ਵੀਡੀਓ ਰਿਕਾਰਡਿੰਗ ਬਾਹਰ ਲਿਆਂਦੀਆਂ, ਉਸ ਨੂੰ ਹਿਰਾਸਤ ਸ਼ਰਨ ਦਿੱਤੀ ਗਈ ਹੈ। ਦੂਜੇ ਬੰਨੇ ਆਪਣੇ ਹੀ ਦੇਸ਼ ਦੇ ਇੱਕ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹ ਵਿਖਾਵਾਕਾਰੀਆਂ ਦੀ ਕਵਰੇਜ ਕਰ ਰਿਹਾ ਸੀ। ਸੋ ਇਸ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਅਮਰੀਕਾ ਦੀ ਬਾਬਤ ਵੀ। ਸੋ ਆਈਸ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਔਰ ਇਸੇ ਦੌਰਾਨ ਐਲੈਕਸ ਪਲੇਟੀ ਨਾਂ ਦੇ ਇੱਕ ਜਿਹੜੇ ਵਿਅਕਤੀ ਦੀ ਹੋਰ ਦੀ ਮੌਤ ਹੋਈ ਹੈ ਰਿਨੇ ਨਿਕੋਲ ਗੁੱਡ ਤੋਂ ਬਾਅਦ, ਉਸ ਮਾਮਲੇ ਵਿੱਚ 2 ਆਈਸ ਦੇ ਏਜੰਟਸ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ। ਸੋ ਇਹ ਹਾਲਾਤ ਚੱਲ ਰਹੇ ਨੇ ਇਸ ਵੇਲੇ ਅਮਰੀਕਾ ਦੇ ਵਿੱਚ। ਔਰ ਇਸ ਦੇ ਨਾਲ ਹੀ ਜਿਹੜੀ ਕੈਨੇਡਾ ਦੀ ਵਿਰੋਧੀ ਧਿਰ NDP ਦੀ ਲੀਡਰਸ਼ਿਪ ਪਦ ਦੀ ਦਾਅਵੇਦਾਰ ਹੈ ਹੈਦਰ ਮੈਕਫਰਸਨ, ਉਸਨੇ ਇਹ ਮੰਗ ਰੱਖੀ ਹੈ ਕੈਨੇਡਾ ਸਰਕਾਰ ਤੋਂ ਕਿ ਸਾਡੇ ਜਿੰਨੇ ਵੀ ਬਿਜ਼ਨਸ ਅਦਾਰੇ ਆਈਸ ਨਾਲ ਕੋਈ ਵੀ ਡੀਲ ਕਰਦੇ ਨੇ, ਉਹਨਾਂ 'ਤੇ ਬੰਦਸ਼ਾਂ ਲਾਈਆਂ ਜਾਣ।
ਉਹਨਾਂ ਦੇ ਸੈਂਕਸ਼ਨਸ ਲਾਏ ਜਾਣ, ਇਹ ਉਸਨੇ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਤੁਹਾਨੂੰ ਦੱਸਿਆ ਗਿਆ ਸੀ ਕਿ ਜਿਮ ਪੈਟੀਸਨ ਜਿਹੜੇ ਉੱਗੇ ਧਨਾੜ ਨੇ, ਉਹਨਾਂ ਨੇ ਆਪਣਾ ਇੱਕ ਵੇਅਰ ਹਾਊਸ ਵੇਚਿਆ ਜਿਹੜਾ ਆਈਸ ਵੱਲੋਂ ਵਰਤਿਆ ਜਾਣਾ, ਉਸ ਨੂੰ ਲੈ ਕੇ ਕਾਵਾਂ ਰੌਲੀ ਪਈ ਹੋਈ ਹੈ। ਹੁਣ ਹੈਦਰ ਮੈਕਫਰਸਨ ਨੇ ਵੀ ਇਹ ਬਿਆਨ ਦੇ ਦਿੱਤਾ। ਅੱਗੇ ਵਧੇ ਕਿ ਮਿਨੇਸੋਟਾ ਦੇ ਜਿਹੜੇ ਸਾਬਕਾ ਗਵਰਨਰ ਨੇ ਜੈਜ਼ੀ ਵੈਂਚੁਰਾ, ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ, ਇੱਕ ਪੋਡਕਾਸਟ ਦੇ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਹੈ ਕਿ ਮਿਨੇਸੋਟਾ ਨੂੰ ਅਮਰੀਕਾ ਤੋਂ ਵੱਖ ਹੋ ਜਾਣਾ ਚਾਹੀਦਾ, ਕੈਨੇਡਾ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ। ਉਹਨਾਂ ਦਾ ਕਹਿਣਾ ਕਿ ਟਰੰਪ ਤਾਂ ਕਹਿ ਰਹੇ ਨੇ ਕਿ ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਬਣੇ, ਪਰ ਚਾਹੀਦਾ ਹੈ ਕਿ ਮਿਨੇਸੋਟਾ ਨੂੰ ਹੀ ਅਮਰੀਕਾ ਤੋਂ ਵੱਖ ਕਰ ਦਿਓ ਔਰ ਸਾਨੂੰ ਕੈਨੇਡਾ ਵਿੱਚ ਸ਼ਾਮਲ ਹੋਣ ਦਿਓ, ਔਰ ਇਸ ਦੇ ਲਈ ਪਟੀਸ਼ਨ ਚਲਾਈ ਜਾਵੇ। ਇਹ ਉਹਨਾਂ ਨੇ ਗੱਲ ਆਖੀ ਹੈ। ਉਹ ਕਹਿੰਦੇ ਨੇ ਕਿ ਮਿਨੇਸੋਟਾ ਨੂੰ ਨਫ਼ਰਤ ਕਰਦੇ ਨੇ ਡੋਨਲਡ ਟਰੰਪ, ਕਿਉਂਕਿ ਜੋ ਕੁਝ ਹੋ ਰਿਹਾ, ਮਿਨਾਪੋਲਿਸ ਵਿੱਚ ਜੋ ਕੁਝ ਹੋਇਆ ਵਾਪਰਿਆ, ਇਹ ਸਾਰਾ ਕੁਝ ਮਿਨੇਸੋਟਾ 'ਚ ਹੋ ਰਿਹਾ। ਸੋ ਉਹਨਾਂ ਨੇ ਕਹਿਣਾ ਜੇ ਮਿਨੇਸੋਟਾ ਤੋਂ ਇੰਨੀ ਪਰੇਸ਼ਾਨੀ ਹੈ ਟਰੰਪ ਨੂੰ, ਤਾਂ ਸਾਨੂੰ ਵੱਖ ਕਰ ਦਿਓ। ਵੈਸੇ ਦਿਲਚਸਪ ਗੱਲ ਇਹ ਵੀ ਹੋਈ ਹੈ ਕਿ ਅਲਬਰਟਾ ਵਿੱਚ ਜਿਹੜੇ ਵੱਖਵਾਦੀ ਨੇ, ਜਿਹੜੇ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨਾ ਚਾਹੁੰਦੇ ਨੇ, ਉਹਨਾਂ ਦੀ ਅਮਰੀਕੀ ਅਧਿਕਾਰੀਆਂ ਨਾਲ ਮੀਟਿੰਗਾਂ ਹੋਈਆਂ ਨੇ। ਇਸ ਨੂੰ ਲੈ ਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ, ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਨੇ ਕਾਫੀ ਇਤਰਾਜ਼ ਉਠਾਏ ਨੇ। BC ਦੇ ਮੁੱਖ ਮੰਤਰੀ ਡੇਵਿਡ ਏਬੀ ਵੀ ਕਹਿ ਰਹੇ ਨੇ ਕਿ ਉਹਨਾਂ ਨੇ ਗਦਾਰੀ ਕੀਤੀ ਹੈ। ਸੋ ਇਸ ਤਰ੍ਹਾਂ ਦੀ ਦਿਲਚਸਪ ਡਿਵੈਲਪਮੈਂਟਸ ਹੋ ਰਹੀਆਂ ਕਿ ਦੋਨਾਂ ਦੇਸ਼ਾਂ ਦੇ ਵਿੱਚ ਕੁਝ ਵੱਖਵਾਦੀ ਸੁਰਾਂ ਉੱਠ ਰਹੀਆਂ ਨੇ। ਚਾਹੇ ਜੈਜ਼ੀ ਵੈਂਚੁਰਾ ਦੀ ਗੱਲ ਤਾਂ ਉਨੀ ਸੀਰੀਅਸ ਨਹੀਂ ਲੱਗਦੀ, ਪਰ ਐਲਬਰਟਾ ਵਿੱਚ ਵੱਖਵਾਦੀ ਕਾਫੀ ਦੇਰ ਤੋਂ ਹੁਣ ਸਰਗਰਮ ਹੁੰਦੇ ਜਾ ਰਹੇ ਨੇ। ਅਗਲੀ ਵੱਡੀ ਖਬਰ ਕਿ ਤ੍ਰਿਨੀਦਾਦ ਦੇ ਵਿੱਚ ਘੱਟੋ ਘੱਟ 2 ਮਛੇਰੇ ਨੇ, ਉਹਨਾਂ ਦੇ ਟੱਬਰਾਂ ਨੇ ਅਮਰੀਕਾ ਸਰਕਾਰ ਨੂੰ ਅਦਾਲਤ ਵਿੱਚ ਖਿੱਚਣ ਦੀ ਤਿਆਰੀ ਕਰ ਲਈ ਹੈ। ਯਾਦ ਰਹੇ ਕੈਰੀਬੀਅਨ ਇਲਾਕੇ ਵਿੱਚ ਅਮਰੀਕਾ ਨੇ ਕਈ ਕਿਸ਼ਤੀਆਂ ਫੋੜ ਦਿੱਤੀਆਂ ਸੀਗੀਆਂ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਵੈਨੇਜ਼ੁਏਲਾ ਦੀ ਘੇਰਾਬੰਦੀ ਚੱਲ ਰਹੀ ਸੀ, ਜਿਸ ਤੋਂ ਪਿੱਛੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਚੁੱਕ ਲਿਆਂਦਾ ਗਿਆ। ਸੋ ਸੈਂਕੜੇ ਲੋਕ ਮਾਰੇ ਗਏ ਸਨ। ਇਸ ਦੌਰਾਨ ਤ੍ਰਿਨੀਦਾਦ ਇਲਾਕੇ ਨਾਲ ਜੁੜੇ 6 ਵਿਅਕਤੀ ਮਰੇ ਸਨ, ਜਿਨ੍ਹਾਂ ਵਿੱਚ 2 ਮਛੇਰੇ ਸਨ, ਜਿਨ੍ਹਾਂ ਦੇ ਟੱਬਰਾਂ ਨੇ ਅਮਰੀਕਾ ਸਰਕਾਰ ਨੂੰ ਅਦਾਲਤ ਵਿੱਚ ਖਿੱਚਣ ਦੀ ਤਿਆਰੀ ਕਰ ਲਈ ਹੈ, ਕਿਉਂਕਿ ਉਹਨਾਂ ਦਾ ਕਹਿਣਾ ਕਿ ਸਾਡੇ ਦੇਸ਼ ਦੀ ਪ੍ਰਭੂਸੱਤਾ ਦੇ ਉੱਪਰ ਹਮਲਾ ਸੀ ਔਰ ਸਾਡੇ ਜਿਹੜੇ ਪਰਿਵਾਰਾਂ ਜੁੜੇ ਇਹਨਾਂ ਵਿਅਕਤੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਮੌਤ ਦੇ ਘਾਟ ਉਤਾਰਿਆ ਗਿਆ। ਅਗਲੀ ਖਬਰ ਜਿਹੜੇ ਡੋਨਲਡ ਟਰੰਪ ਨੇ, ਉਹਨਾਂ ਨੇ ਕੈਨੇਡਾ ਦੇ ਜਹਾਜ਼ਾਂ ਉੱਪਰ 50% ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ, ਧਮਕੀ ਦੇ ਦਿੱਤੀ ਹੈ ਔਰ ਮੰਗ ਇਹ ਰੱਖੀ ਕਿ ਕੈਨੇਡਾ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਸਾਡੇ ਜਹਾਜ਼ ਨੇ ਅਮਰੀਕਾ ਵੱਲੋਂ ਬਣਾਏ ਜਾਂਦੇ ਨੇ, ਜਿਹੜੀ ਰੈਗੂਲੇਟਰੀ ਬੋਡੀ ਹੈ ਕੈਨੇਡਾ ਦੀ, ਉਸ ਨੂੰ ਮਾਨਤਾ ਦੇਵੇ, ਨਹੀਂ ਤਾਂ ਅਸੀਂ 50% ਟੈਰਿਫ ਲਾਵਾਂਗੇ ਕੈਨੇਡਾ ਦੇ ਜਹਾਜ਼ਾਂ ਦੇ ਉੱਪਰ। ਇਸ ਨੂੰ ਲੈ ਕੇ ਹੁਣ ਤਰਸਾਲ ਪਿਆ ਹੋਇਆ, ਵੇਖਦੇ ਕੀ ਬਣਦਾ ਨਹੀਂ ਬਣਦਾ। ਅਗਲੀ ਵੱਡੀ ਖਬਰ ਕਿ ਕੁਬੈਕ ਸਿਟੀ ਦੇ ਵਿੱਚ 29 ਜਨਵਰੀ ਨੂੰ 2017 ਦੇ ਵਿੱਚ ਇੱਕ ਮਸਜਿਦ ਉੱਪਰ ਨਸਲੀ ਹਮਲਾ ਹੋਇਆ ਸੀ। ਯਾਦ ਰਹੇ ਕਿ ਵਿਅਕਤੀ ਜਿਹੜਾ ਮੁਸਲਿਮ ਭਾਈਚਾਰੇ ਨੂੰ ਘਿਰਨਾ ਕਰਦਾ ਸੀ, ਉਸਨੇ ਮਸਜਿਦ ਵਿੱਚ ਜਾ ਕੇ ਗੋਲੀਆਂ ਮਾਰ ਕੇ 6 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। 19 ਹੋਰ ਵਿਅਕਤੀ ਫੱਟੜ ਹੋਏ ਸਨ। ਸੋ ਉਸ ਦੁਕਾਨ 'ਚ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ ਗਿਆ ਕੱਲ੍ਹ। ਔਰ ਜਿਹੜੀ ਨੈਸ਼ਨਲ ਕਾਉਂਸਲ ਆਫ ਮੁਸਲਿਮ ਕੈਨੇਡੀਅਨਸ ਹੈ, ਇੱਕ ਬਹੁਤ ਵੱਡੀ ਮੁਸਲਿਮ ਸੰਸਥਾ, ਉਸਨੇ ਟਵਿੱਟਰ ਦੇ ਉੱਪਰ ਅਨੇਕਾਂ ਤਸਵੀਰਾਂ ਨਸ਼ਰ ਕੀਤੀਆਂ ਨੇ। ਵੱਖ-ਵੱਖ ਇਦਾਰੇ ਨੇ, ਚਾਹੇ ਨੋਵਾ ਸਕੋਸ਼ੀਆ ਦੀ ਅਸੈਂਬਲੀ ਹੋਵੇ, ਚਾਹੇ CN ਟਾਵਰ ਹੋਵੇ, ਕਈ ਅਹਿਮ ਥਾਵਾਂ ਨੂੰ ਹਰੀ ਲਾਈਟ ਦੇ ਵਿੱਚ ਰੰਗ ਦਿੱਤਾ ਗਿਆ ਮੁਸਲਿਮ ਭਾਈਚਾਰੇ ਨਾਲ ਇਕਮੁੱਠਤਾ ਪ੍ਰਗਟਾਉਣ ਲਈ। ਪਰੰਤੂ ਉਹਨਾਂ ਦਾ ਕਹਿਣਾ ਕਿ ਇਹ ਜਿਹੜੀਆਂ ਗੱਲਾਂ ਹੋ ਰਹੀਆਂ, ਸਟੇਟਮੈਂਟ ਕੱਢ ਦਿੱਤੀ ਜਾਂ ਹਰੀ ਲਾਈਟ ਦੇ ਨਾਲ ਤੁਸੀਂ ਇਹਨਾਂ ਬਿਲਡਿੰਗਸ ਨੂੰ, ਉਹਨਾਂ ਥਾਵਾਂ ਨੂੰ ਰੋਸ਼ਨਾ ਦਿਓ, ਇਹ ਕਾਫੀ ਨਹੀਂ ਹੈ। ਇਹ ਜ਼ਰੂਰੀ ਹੈ ਤਾਂ ਜੋ ਲੋਕਾਂ ਵਿੱਚ ਸੋਝੀ ਪੈਦਾ ਹੋਵੇ। ਜਿਵੇਂ ਮਿਸਾਲ ਦੇ ਤੌਰ 'ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਸਮੇਂ ਮੁਸਲਿਮ ਅਵੇਅਰਨੈਸ ਵੀਕ ਵੀ ਮਨਾਇਆ ਜਾ ਰਿਹਾ, ਜਿਹੜਾ ਕਿ ਉਹਨਾਂ ਲੋਕਾਂ ਨੂੰ ਸਮਰਪਿਤ ਹੈ ਜਿਹੜੇ ਇਸ ਦੁਖਾਂਤ ਵਿੱਚ ਹਲਾਕ ਹੋਏ ਸਨ। ਸੋ ਉਹਨਾਂ ਦਾ ਕਹਿਣਾ ਕਿ ਕਾਫੀ ਨਹੀਂ ਹੈ। ਇਸਲਾਮੋਫੋਬੀਆ ਲਗਾਤਾਰ ਵੱਧਦਾ ਜਾ ਰਿਹਾ, ਮੁਸਲਮਾਨਾਂ ਦੇ ਖਿਲਾਫ ਘਿਰਨਾ ਵੱਧਦੀ ਜਾ ਰਹੀ ਹੈ, ਉਸ ਦੇ ਉੱਪਰ ਕੰਮ ਹੋਣਾ ਚਾਹੀਦਾ। ਹੁਣ ਫਲਸਤੀਨ ਦੇ ਮਸਲੇ ਨੂੰ ਲੈ ਕੇ ਕਈ ਲੋਕ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਨੇ। ਸੋ ਉਹਨਾਂ ਦਾ ਕਹਿਣਾ ਕਿ ਮੁਸਲਿਮ ਭਾਈਚਾਰੇ ਦੇ ਖਿਲਾਫ ਘਿਰਨਾ ਵੱਧ ਰਹੀ ਹੈ। ਈਰਾਨ ਦੀ ਘੇਰਾਬੰਦੀ ਤੋਂ ਬਾਅਦ ਵੀ ਇਸ ਦੀ ਸੰਭਾਵਨਾ ਹੋਰ ਵੱਧ ਗਈ ਹੈ। ਸੋ ਉਹਨਾਂ ਦਾ ਕਹਿਣਾ ਇਸ ਦੀ ਰੋਕਥਾਮ ਦੇ ਲਈ ਵੀ ਢੁਕਵੇਂ ਕਦਮ ਚੁੱਕੇ ਜਾਣ। ਇੱਕ ਹੋਰ ਜਿਹੜੀ ਵੱਡੀ ਖਬਰ ਕਿ ਪੀਅਰ ਪੋਲਿਜ ਜਿਹੜੇ ਟੋਰੀ ਪਾਰਟੀ ਦੇ ਆਗੂ ਨੇ, ਉਹਨਾਂ ਦੀ ਲੀਡਰਸ਼ਿਪ ਇਸ ਸਮੇਂ ਡਾਵਾਡੋਲ ਆ, ਬਹੁਤ ਖਤਰੇ ਵਿੱਚ ਹੈ। ਅੱਜ ਕੈਲਗਰੀ ਦੇ ਵਿੱਚ ਟੋਰੀ ਪਾਰਟੀ ਦੀ ਕਨਵੈਨਸ਼ਨ ਸ਼ੁਰੂ ਹੈ। ਸ਼ਾਮ ਨੂੰ ਪੀਅਰ ਪੋਲਿਵ ਭਾਸ਼ਣ ਦੇਣਗੇ, ਆਪਣੇ ਵੱਲੋਂ ਪਾਰਟੀ ਡੈਲੀਗੇਟਸ ਨੂੰ ਜਤਾਉਣ ਦੀ ਕੋਸ਼ਿਸ਼ ਕਰਨਗੇ ਕਿ ਮੈਂ ਬੜਾ ਕਾਬਿਲ ਲੀਡਰ ਹਾਂ। ਵੱਖ-ਵੱਖ ਮੁੱਦਿਆਂ ਦੇ ਉੱਤੇ ਉਹ ਦੱਸਣ ਦੀ ਕੋਸ਼ਿਸ਼ ਕਰਨਗੇ ਮੇਰੀਆਂ ਕੀ ਪ੍ਰਾਪਤੀਆਂ ਰਹੀਆਂ ਨੇ। ਪਰ ਡੈਲੀਗੇਟਸ ਵਿੱਚੋਂ ਵੇਖੋ ਹੁਣ ਕਿੰਨੇ ਕੁ ਉਹਨਾਂ ਦੇ ਹੱਕ 'ਚ ਭੁਗਤਦੇ ਨੇ, ਕਿਉਂਕਿ ਬਾਅਦ 'ਚ ਵੋਟਾਂ ਪੈਣਗੀਆਂ। ਸੋ ਪੀਅਰ ਪੋਲਿਵ ਦੇ ਬਾਰੇ ਦੱਸਿਆ ਜਾ ਰਿਹਾ ਕਿ ਸ਼ਾਇਦ ਉਹ ਲੀਡਰਸ਼ਿਪ ਜਾਂਦੇ ਲੱਗਣ। ਇਹ ਹਾਲਾਤ ਬਣੇ ਹੋਏ ਨੇ। ਖੈਰ ਦਾਅਵੇ ਨਾਲ ਕਹਿਣਾ ਔਖਾ, ਅਜੇ ਸਮਾਂ ਪਿਆ, ਕੀ ਪਤਾ ਉਹ ਬਾਕੀਆਂ ਨੂੰ ਪ੍ਰਭਾਵਿਤ ਕਰਨ 'ਚ ਕਾਮਯਾਬ ਹੋ ਜਾਣ। ਪਰ ਹੋਇਆ ਇਸ ਤਰ੍ਹਾਂ ਕਿ 2 ਟੋਰੀ MP ਪਾਰਟੀ ਛੱਡ ਗਏ ਨੇ, ਲਿਬਰਲ 'ਚ ਜਾ ਸ਼ਾਮਲ ਹੋਏ ਨੇ, ਜਿਸ ਕਾਰਨ ਪਾਰਟੀ ਨੂੰ ਪਹਿਲਾਂ ਹੀ ਬੜਾ ਵੱਡਾ ਝਟਕਾ ਲੱਗਿਆ ਹੋਇਆ। ਸੋ ਪੀਅਰ ਪੋਲਿਵ ਉੱਪਰ ਹੁਣ ਇੱਕ ਹਿੱਸਾ ਦਬਾਅ ਪਾ ਰਿਹਾ ਕਿ ਲੀਡਰਸ਼ਿਪ ਤੋਂ ਲਾਂਭੇ ਹੋਣ, ਕਿਉਂਕਿ ਪਿਛਲੀਆਂ ਇਹਨਾਂ ਚੋਣਾਂ ਵਿੱਚ ਉਹ ਕਰਤੱਵ ਨਹੀਂ ਵਿਖਾ ਸਕੇ, ਹਾਲਾਂਕਿ ਸਰਕਾਰ ਬਣਾਉਣ ਦੀ ਉਮੀਦ ਸੀ।
और इस समय लिबरल पार्टी लंगड़ी सरकार बची हुई है और खास तौर पे 2 टोरी एमपी छड़प्पा मार के चले गए लिबरल पार्टी 'ਚ, ਉਸ ਨਾਲ ਉਹਨਾਂ ਦੀ ਸਥਿਤੀ ਥੋੜੀ ਮਜ਼ਬੂਤ ਹੋਈ ਹੈ। ਹਾਲਾਂਕਿ ਅਜੇ ਵੀ ਇੱਕ ਸੀਟ ਦੀ ਘਾਟ ਆ। ਸੋ ਜੋ ਵੀ ਹੈ, ਪੀਅਰ ਪੋਲਿਵ ਦੇ ਇਮਤਿਹਾਨ ਦੀਆਂ ਘੜੀਆਂ ਸ਼ੁਰੂ ਹੋ ਚੁੱਕੀਆਂ ਨੇ। ਸੋ ਅੱਜ ਉਹਨਾਂ ਸ਼ਾਮ ਦੇ ਭਾਸ਼ਣ ਤੋਂ ਬਾਅਦ ਜੇ ਉਹ ਆਪਣੀ ਟੋਨ ਸੈੱਟ ਕਰਨ 'ਚ ਕਾਮਯਾਬ ਹੋ ਗਏ ਤਾਂ ਲੀਡਰਸ਼ਿਪ ਬਚੀ ਰਹਿ ਸਕਦੀ ਹੈ, ਨਹੀਂ ਤਾਂ ਉਹਨਾਂ ਨੂੰ ਲੀਡਰਸ਼ਿਪ ਤੋਂ ਹੱਥ ਵੀ ਧੋਣੇ ਪੈ ਸਕਦੇ ਨੇ ਇਸ ਵੀਕਐਂਡ ਦੌਰਾਨ। ਅਗਲੀ ਖਬਰ ਆ ਰਹੀ ਮੌਂਟਰੀਆਲ ਵਿੱਚ, ਜਿੱਥੇ ਠੰਡ ਪੈ ਰਹੀ ਹੈ ਔਰ ਠੰਡ ਦੇ ਚਲਦਿਆਂ ਵੈਸਟ ਇਲਾਕੇ ਵਿੱਚ, ਮੌਂਟਰੀਅਲ ਵੈਸਟ ਇਲਾਕੇ ਵਿੱਚ 3 ਦਿਨਾਂ ਤੱਕ ਬਿਜਲੀ ਗੁੱਲ ਰਹੀ। ਬਿਜਲੀ ਦੇ ਗੁੱਲ ਹੋਣ ਨਾਲ ਕੀ ਹੋਇਆ ਕਿ ਲੋਕ ਠਰ-ਠਰ ਕਰਦੇ ਰਹੇ ਔਰ 2 ਵਿਅਕਤੀਆਂ ਦੀ ਮੌਤ ਹੋਈ। ਹੁਣ ਇਸ ਪੂਰੇ ਮਾਮਲੇ 'ਤੇ ਪੜਤਾਲ ਕੀਤੀ ਜਾ ਰਹੀ ਕਿ ਇਹ ਮੌਤ ਦੀ ਵਜ੍ਹਾ ਕੀ ਸੀ। ਸੋ 3 ਦਿਨ ਲਗਾਤਾਰ ਇੰਨੀ ਠੰਡ ਦੇ ਬਾਵਜੂਦ ਬੱਤੀ ਦਾ ਨਾ ਹੋਣਾ, ਘਰਾਂ ਵਿੱਚ ਪਾਈਪਾਂ ਜੰਮ ਗਈਆਂ, ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਲੋਕਾਂ ਨੂੰ ਆਈਆਂ, ਹੀਟਿੰਗ ਸਿਸਟਮ ਕੰਮ ਨਹੀਂ ਸੀ ਕਰ ਰਿਹਾ। ਸੋ 2 ਵਿਅਕਤੀਆਂ ਦੇ ਮਾਰੇ ਜਾਣ ਦਾ ਸਮਾਚਾਰ ਹੈ, ਖਬਰ ਆ ਰਹੀ ਹੈ ਮੌਂਟਰੀਅਲ ਦੇ ਵੈਸਟ ਇਲਾਕੇ ਤੋਂ। ਇਸੇ ਤਰ੍ਹਾਂ ਕੈਲਗਰੀ ਤੋਂ ਦੁਖਦਾਈ ਸਮਾਚਾਰ ਆ ਰਿਹਾ ਕਿ ਉੱਥੇ ਰੈਡਸਟੋਨ ਇਲਾਕੇ ਵਿੱਚ ਇੱਕ ਘਰ ਵਿੱਚ ਇੱਕ ਮਰਦ ਤੇ ਔਰਤ ਨੂੰ ਮ੍ਰਿਤਕ ਪਾਇਆ ਗਿਆ। ਭਾਰਤ ਤੋਂ ਛਪਦੇ ਕੁਝ ਅਖਬਾਰਾਂ ਵਿੱਚ ਇਹ ਕਿਹਾ ਗਿਆ ਕਿ ਮਰਨ ਵਾਲਾ ਏਕਮਵੀਰ ਸਿੰਘ ਤੇ ਉਸਦੀ ਪਤਨੀ ਜੈਸਮਿਨ ਸਨ, ਜਿਹੜੇ ਜਗਰਾਓਂ ਇਲਾਕੇ ਨਾਲ ਸੰਬੰਧਿਤ ਸੀ ਔਰ ਰੈਡਸਟੋਨ ਵਿੱਚ ਰਹਿ ਰਹੇ ਸੀ। ਸੋ ਉਹਨਾਂ ਨੂੰ ਦੋਨਾਂ ਨੂੰ ਘਰ ਵਿੱਚੋਂ ਮ੍ਰਿਤਕ ਪਾਇਆ ਗਿਆ। ਮਾਮਲਾ ਕਾਫੀ ਸ਼ੱਕੀ ਹੈ। ਹੁਣ ਇਹ ਨਹੀਂ ਪਤਾ ਕਿ ਹੱਤਿਆ ਜਾਂ ਆਤਮ ਹੱਤਿਆ ਦਾ ਮਾਮਲਾ ਹੈ ਜਾਂ ਦੋਹਰੇ ਕਤਲਾਂ ਦਾ ਮਾਮਲਾ ਹੈ, ਪਰ ਮਾਮਲਾ ਪੂਰੀ ਤਰ੍ਹਾਂ ਸ਼ੱਕੀ, ਇਹ ਗੱਲ ਕਲੀਅਰ ਹੋ ਚੁੱਕੀ ਹੈ। ਅਖੀਰ ਤੋਂ ਦੱਸੀ ਕਿ ਲੈਂਗਲੀ ਤੋਂ ਦੁਖਦਾਈ ਸਮਾਚਾਰ ਇਹ ਆ ਰਿਹਾ ਕਿ ਉੱਥੇ ਰੇਲ ਗੱਡੀ ਨੇ ਇੱਕ ਵਿਅਕਤੀ ਨੂੰ ਦਰੜ ਦਿੱਤਾ, ਉਸਦੀ ਮੌਤ ਹੋ ਗਈ ਹੈ। ਇਹ ਵਿਅਕਤੀ ਪੈਦਲ ਜਾ ਰਿਹਾ ਸੀ ਔਰ ਰੇਲ ਗੱਡੀ ਹੇਠਾਂ ਕੁਚਲਿਆ ਗਿਆ, ਜਿਸ ਨਾਲ ਉਸਦੀ ਮੌਤ ਹੋਈ ਹੈ। ਫੋਰਟ ਲੈਂਗਲੀ ਇਲਾਕੇ ਤੋਂ ਇਹ ਖਬਰ ਆ ਰਹੀ ਹੈ, ਕੱਲ੍ਹ ਦੀ ਘਟਨਾ। ਸੋ ਇਸ ਦੀਆਂ ਖਾਸ ਖਬਰਾਂ ਲਵਾਂਗੇ ਨਿੱਕੀ ਜਿਹੀ ਬ੍ਰੇਕ, ਜਿਸ ਤੋਂ ਪਿੱਛੋਂ ਪੱਤ ਕਰਨੇ ਬਹੁਤ ਹੀ ਖਾਸ ਮਹਿਮਾਨ ਨਾਲ। ਸਾਡੇ ਦੇ ਬਹੁਤ ਹੀ ਖਾਸ ਮਹਿਮਾਨ ਤੁਸ਼ਾਰ ਗਾਂਧੀ, ਮਹਾਤਮਾ ਗਾਂਧੀ ਦੇ ਪੜਪੋਤੇ। ਅੱਜ ਮਹਾਤਮਾ ਗਾਂਧੀ ਦਾ ਸ਼ਹੀਦੀ ਦਿਹਾੜਾ। ਅੱਜ ਦੇ ਦਿਨ ਹਿੰਦੂਤਵੀ ਦਹਿਸ਼ਤਗਰਦ ਨਥੂਰਾਮ ਗੋਡਸੇ ਨੇ ਗਾਂਧੀ ਜੀ ਨੂੰ ਕਤਲ ਕੀਤਾ ਸੀ। ਇਸ ਦਿਨ ਦੇ ਇਤਿਹਾਸਿਕ ਵਿਸ਼ੇਸ਼ਤਾ ਬਾਰੇ ਖਾਸ ਗੱਲਬਾਤ ਤੁਸ਼ਾਰ ਗਾਂਧੀ ਨਾਲ ਅਗਲੇ ਹਿੱਸੇ ਵਿੱਚ। ਵੇਖਦੇ ਰਹੋ ਨਵੀਂ ਤਾਜ਼ੀ YouTube ਤੇ। 3 years ago, a local distributor was drowning in orders, inventory, and finances. Then they partnered with Stratwit to implement SAP Business One. Thereafter, everything became simple, accurate, and connected. Today, they're thriving, and so can you. At Stratwit Solutions Limited, we install the market's top ERP at an affordable price. सुषमा जी, बड़े कॉल्स आ रहे हैं और लोग बड़े परेशान हैं। कहते कि जैसे रेडियो पे हिंदी पंजाबी मिक्स गाने सुनने को मिलते थे ना हमारे यहाँ से, अब वैसे बिल्कुल रेडियो पे ऐसे गाने आते ही नहीं है। तुम्हारा कहने का मतलब है कि स्पाइस रेडियो पे जैसे प्रोग्राम आते थे एग्जैक्टली 1200 AM पे, वो प्रोग्राम अभी भी हमारे पास हैं और वो हम उनको ले आए हैं रिमझिम पे। मतलब सेम प्रोग्रामिंग हम सुन सकते हैं। हाँ जी, जैसे लोगों को कल्चर ऑफ पंजाब बहुत पसंद था, वो भी हमारे पास है। नून सुकून जो हम पेश करते थे 12 बजे, वो भी है। गपशप जो हम पेश करते हैं वो भी है। आफ्टरनून शो जो रिक्वेस्ट है वो भी हैं। तो ये सब कुछ रेडियो रिमझिम पे है और आप रिमझिम पे इनको सुन सकते हैं। और रिमझिम पे आप इसे हमारे रेडियो पर भी सुन सकते हैं और हमारा जो ऐप है उस पर भी आप सुन सकते हैं। तो अगर आपके पास आईफोन है तो आईफोन पे आप हमारा ऐप ले लीजिए और उसके ज़रिए आप प्रोग्राम सुन सकते हैं। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਨਵੀਂ ਤਾਜ਼ੀ ਵਿੱਚ। ਇਸ ਬ੍ਰੇਕ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਗਿਆ, ਸਾਡੇ ਦੇ ਖਾਸ ਮਹਿਮਾਨ ਤੁਸ਼ਾਰ ਗਾਂਧੀ, ਮਹਾਤਮਾ ਗਾਂਧੀ ਦੇ ਪੜਪੋਤੇ। ਅੱਜ ਦੇ ਦਿਨ ਮਹਾਤਮਾ ਗਾਂਧੀ ਨੂੰ ਨਥੂਰਾਮ ਗੋਡਸੇ ਨੇ ਕਤਲ ਕੀਤਾ ਸੀ। ਨਥੂਰਾਮ ਗੋਡਸੇ RSS ਨਾਲ ਜੁੜਿਆ ਹੋਇਆ ਸੀ। ਇਸ ਕਤਲ ਤੋਂ ਪਿੱਛੋਂ RSS 'ਤੇ ਪਾਬੰਦੀ ਵੀ ਲਾ ਦਿੱਤੀ ਗਈ ਸੀ। ਮੌਜੂਦਾ ਜਿਹੜੀ ਭਾਰਤ ਦੀ ਸਰਕਾਰ ਹੈ ਉਹ RSS ਤੇ ਲੋਕਾਂ ਦੀ ਸਰਕਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ RSS ਨਾਲ ਜੁੜੇ ਹੋਏ ਨੇ। ਇੱਕ ਪਾਸੇ ਨਰਿੰਦਰ ਮੋਦੀ ਗਾਂਧੀ ਜੀ ਨੂੰ ਰਸਮੀ ਤੌਰ 'ਤੇ ਯਾਦ ਕਰਦੇ ਨੇ, ਦੂਜੇ ਪਾਸੇ ਉਹ ਸਾਵਰਕਰ ਨੂੰ ਵਡਿਆਉਂਦੇ ਨੇ, ਜਿਹੜਾ ਨਾ ਸਿਰਫ ਗੋਡਸੇ ਦਾ ਗੁਰੂ ਸੀ ਸਗੋਂ ਇਸ ਕਤਲ ਵਿੱਚ ਵੀ ਸ਼ਾਮਲ ਸੀ। ਸਕਰੀਨ 'ਤੇ ਵੇਖ ਸਕਦੇ ਹੋ ਇੱਕ ਕਾਰਟੂਨ ਹੈ ਜਿਹੜਾ ਕਿ ਜਰਨੈਲ ਸਿੰਘ ਆਰਟਿਸਟ ਨੇ ਤਿਆਰ ਕੀਤਾ ਸੀ, ਜਿਸ ਵਿੱਚ ਮੋਦੀ ਸਾਹਿਬ ਦੀ ਪਿੱਠ ਉੱਪਰ ਜਿਹੜੀ ਜੈਕਟ ਹੈ ਉਸ ਉੱਪਰ ਸਾਵਰਕਰ ਦਾ ਚਿੱਤਰ ਛਪਿਆ ਹੋਇਆ, ਦੂਜੇ ਬੰਨੇ ਉਹ ਮਹਾਤਮਾ ਗਾਂਧੀ ਨੂੰ ਫੁੱਲਾਂ ਦੇ ਹਾਰ ਪਾ ਰਹੇ ਨੇ। ਇਸ ਖੂਨੀ ਇਤਿਹਾਸ ਬਾਰੇ, ਇਸ ਵਿਡੰਬਣਾ ਬਾਰੇ ਵਿਸ਼ੇਸ਼ ਗੱਲਬਾਤ ਤੁਸ਼ਾਰ ਗਾਂਧੀ ਨਾਲ, ਜਿਨ੍ਹਾਂ ਨੇ ਇੱਕ ਕਿਤਾਬ ਵੀ ਲਿਖੀ ਹੈ ਲੈਟਸ ਕਿਲ ਗਾਂਧੀ, ਪੜ੍ਹਨਯੋਗ ਹੈ। ਉਸ ਵਿੱਚ ਕਾਫੀ ਸਮੱਗਰੀ ਹੈ ਗਾਂਧੀ ਜੀ ਦੇ ਕਤਲ ਨਾਲ ਜੁੜੀਆਂ ਹੋਈਆਂ, ਕਈ ਅਹਿਮ ਕੜੀਆਂ ਜਾਂ ਅਹਿਮ ਜਿਹੜੇ ਤੱਥ ਨੇ ਉਹਨਾਂ ਨੇ ਉਸ ਵਿੱਚ ਹਾਈਲਾਈਟ ਕੀਤੇ ਨੇ। ਸੋ ਇਸ ਕਿਤਾਬ ਵਿੱਚੋਂ ਤੁਹਾਨੂੰ ਕਾਫੀ ਜਾਣਕਾਰੀ ਮਿਲ ਸਕਦੀ ਹੈ ਜੇ ਤੁਸੀਂ ਇਸ ਵਿਸ਼ੇ 'ਤੇ ਹੋਰ ਜਾਣਨਾ ਚਾਹੁੰਦੇ ਹੋ। ਪਰ ਫਿਲਹਾਲ ਗੱਲਬਾਤ ਕਰਦੇ ਹਾਂ ਤੁਸ਼ਾਰ ਗਾਂਧੀ ਨਾਲ ਇਸ ਮੁੱਦੇ 'ਤੇ।
तुषार जी, हमारे प्रोग्राम में आपका स्वागत है। थैंक्स फॉर जॉइनिंग मी। थैंक यू बहुत बहुत शुक्रिया। तो तुषार जी, शुरू यहाँ से करते हैं। जो गांधी जी का जब कत्ल हुआ, जब उनको मौत के घाट उतारा गया 30 जनवरी को 1948 में, तो उससे पहले के जो हालात थे, जो या ये कहिए कि उनके बलिदान के पहले जो पृष्ठभूमि तैयार हो रही थी, उसके बारे में क्या बताना चाहेंगे हमें? देखिए, ये वो जो वक्त था, और वो वक्त सन 46 से शुरू होता है, हम्म। जबकि पाकिस्तान के मामले पर वायलेंस को इख्तियार किया गया। अब हम लोग सब उसमें मुस्लिम लीग को दोष देते हैं कि मुस्लिम लीग की जो एम्बिशन थी जिन्ना की, और जो नेता थे उनकी, हम्म। उसके कारण ये हुआ, और उन्होंने वायलेंस फोमेंट किया। पर उसमें एक साइलेंट रोल हिंदू महासभा और आरएसएस का भी था, हम्म। क्योंकि जो वो लोग चाहते थे कि भाई भारत में से मुसलमानों को निकाल दिया जाए और एक हिंदू राष्ट्र की स्थापना की जाए, तो मुस्लिम लीग की एक इस्लामिक पाकिस्तान की डिमांड में उनको ये देखा लगा कि ये तो हमारे लिए भी अच्छा मौका है, हमारा हमारा भी डिमांड जस्टिफाई हो जाएगा और हम भी ये मौके का फायदा उठाएंगे। तो जिन्ना ने डायरेक्ट एक्शन डे करवाया अगस्त 1946 में, और उसकी एक चेन रिएक्शन हुई कि बाद में कलकत्ता में ही पहले हिंदुओं का कत्लेआम हुआ, उसके बाद मुसलमानों पे रिटेलिएटरी अटैक्स हुए, उसका बदला नोआखली में हिंदुओं पे लिया गया, उसका बदला बिहार में मुसलमानों पे लिया गया, और वो आग धीरे धीरे नॉर्थ इंडिया में, पूरी नॉर्थ इंडिया में फैलती गई। हम्म। तो बाय द टाइम 47 में पार्टीशन प्लान एक्सेप्ट किया गया और डिवीजन हुआ, तो एक डिविजिव आइडियोलॉजी हिंदुस्तान में घर कर गई थी। एक पोग्राम हो रहा था। देखिए, ये हमने बराबर से मानना पड़ेगा कि पाकिस्तान को अपना एग्जिस्टेंस बनाए, एंड मैं जस्टिफाई नहीं करता, लेकिन पाकिस्तान को अपना एग्जिस्टेंस बनाए रखने के लिए वहाँ एथनिक क्लिनजिंग करना उनके लिए नेसेसिटी बन गया था, और उसके लिए चलते उनको सिख और हिंदुओं को भगाने के सिवा उनके पास कोई चारा नहीं था। हम्म। वो जस्टिफाइड नहीं था, लेकिन पॉलिटिकली अगर हम देखें, तो अगर पंजाब में सिख और सिंध में हिंदू, और पंजाब में भी जो हिंदू थे, और फिर बलोच जो कभी अपने आप को पंजाबियों के साथ नहीं काउंट करते थे, उनको अगर हम देखें तो फिर ये तय था कि पाकिस्तान बन भी जाता तो टिक नहीं पाता, हम्म। सिर्फ पंजाबी मुस्लिमों के चलते। तो उनके लिए ये जरूरी था कि वो उनके देश में से इनको हटा दे। तो उन्होंने वो कार्यक्रम शुरू किया, और उसका फायदा इधर आरएसएस हिंदू महासभा ने लिया, एंड उन्होंने सिस्टमैटिकली नॉर्थ में से मुसलमानों को खदेड़ने का शुरू किया। अब एक आदमी था, बाकी सारे जो सब कॉन्टिनेंट के पॉलिटिशियंस थे तब के, वो लोग ये मानते थे कि भाई ये बंटवारा पॉलिटिकल हो रहा है, वहां उन मुस्लिम लीग एडमिनिस्टर करेगी, यहाँ हम एडमिनिस्टर करेंगे, और सब खुशहाली में वैसे ही चलता रहेगा। हम्म। बापू ही थे जो ये जानते थे कि ये जो हो रहा है उसमें जो ट्रांसफर ऑफ पॉपुलेशन होगा, और वो ट्रांसफर ऑफ पॉपुलेशन बहुत ही बेदर्दी से किया जाएगा, हम्म। और उसके खिलाफ वो आवाज उठाते रहे, लेकिन उनको सुनने वाला कोई नहीं था। और इन सब का फायदा लेकर आरएसएस की जो ब्राह्मणवादी सोच थी, जो उनको लग रहा था कि भाई हमने तो मनुस्मृति के मुताबिक एक कास्ट हायरार्कीज वाला राष्ट्र बनाना है, और उसको एस्टेब्लिश करना है जहां ब्राह्मण्स सुप्रीम होंगे, और फिर कास्ट हायरार्की के मुताबिक लोगों को सिटीजन राइट्स मिलेंगे। अभी अगर आज देखो, तो सीए, एनआरसी और वो सब से जो कर रही है बीजेपी की सरकार यहाँ पर, वो उसी डायरेक्शन में जाने वाला स्टेप है। हम्म। तो ये हालात सारे हुए थे, और
बापू के खिलाफ ये गुस्सा था कि भाई उनकी जो कास्टलेस सेक्युलर इंडिया की कॉन्सेप्ट था, उसके कारण ब्राह्मण जो एक डोमिनेंस था, ब्राह्मणों की जो एक मोनोपोली थी वो खत्म होती जा रही थी, सुप्रीमेसी थी वो डाइल्यूट हो रही थी, और उसके लिए उनको सजा होना बहुत जरूरी थी। और उसके चलते आखिर में उनको लगा कि हालात अब बहुत अच्छे हैं, कि जब एक गुस्सा है बापू के खिलाफ। अब जो नॉर्थ में रेफ्यूजीज आए थे, पंजाब सिंध में से जो रेफ्यूजीज दिल्ली के आसपास आए थे, उन्होंने इतनी यातनाएं सही थी, उनके ऊपर इतने अत्याचार किए गए थे, उनकी पूरी जिंदगी लूट ली गई थी, और वो डिस्प्लेस हो गए थे। तो उनमें गुस्सा था, और वो गुस्सा बापू के खिलाफ होना बहुत जायज था, क्योंकि उनको लगता था कि ये आदमी जिसने हमने आजादी दिलवा दी, वो चाहता तो हम पर जो मुसीबत आई है वो नहीं आती, हम्म, तो इसने क्यों हमें नहीं बचाया। तो वो गुस्सा भी था। तो आरएसएस ने कहा कि ऐसे हालात में अगर हम मार देते हैं, मरवा देते हैं बापू को, तो हमारा एक कांटा दूर हो जाएगा। और उसका फायदा उठा के उनके हत्यारे नथुराम ने 30 जनवरी 1948 को शाम 5:17 पर बापू को प्रार्थना में जते हुए गोलियां मारी। हम्म, और ये हालात, अगर शॉर्ट में कहूँ तो ये थे हालात आखिर 4 साल के बापू के जिंदगी के हम्म। भारत में। लेकिन तुषार जी, मैं आपसे ये भी जानना चाहूंगा कि गांधी जी को कत्ल करने के लिए उससे पहले भी कई प्रयास हुए। बिल्कुल, सबसे पहला प्रयास तो तब हुआ था जब अभी पार्टीशन का सवाल भी नहीं पैदा हुआ था, अनटचेबिलिटी बिल्कुल, के खिलाफ उन्होंने लिखा तो उन पे बम फेंका गया। बिल्कुल। उसको लेकर और ये जो 30 जनवरी को हुआ उसमें बीच में जो इसीलिए श्रृंखला है उसके बारे में क्या बताना चाहेंगे ब्रीफली? यही मैं कहना चाहता हूँ कि ये जो उन्होंने उसके बाद कोर्ट में जो नथुराम ने अपनी देशभक्ति का एक नाटक किया कि भाई मेरे लोगों पर ऐसे अत्याचार हुए, और मुझे लगा कि अब इस आदमी से मेरे मुल्क को बचाना पड़ेगा मुझे, वो सारे एक हाइंड थॉट था। हम्म, क्योंकि अगर हम 34 का वाकया देखें, सन 34 का, जब पूना में उनकी गाड़ी के ऊपर बम फेंका गया था, हैंड ग्रेनेड फेंका गया था, तब ना पाकिस्तान की सॉरी, पाकिस्तान की कल्पना थी, ना ही विभाजन था, ना ही 55 करोड़ का सवाल था, ना ही कथित तरीके से हिंदुओं पर अत्याचार हुए थे। हम्म, तब बापू हरिजन सेवा के लिए हरिजन यात्रा पे निकले थे, जिसमें हरिजनों को मंदिरों में प्रवेश मिलने के लिए वो सत्याग्रह कर रहे थे, और जो पीने के पानी के सोर्सेज थे गांवों में, उसको सबके लिए खुला कर देने की उनकी मुहिम चल रही थी, और इसलिए सनातनी हिंदू उन पे नाराज हुए। हम्म, उसके बाद लगातार 20 जनवरी 1948 तक 5 प्रयास हुए उनको कत्ल करने के। उसमें से 20 जनवरी का छोड़ दे तो बाकी के सारे, हम्म, जब न विभाजन हुआ था, न पाकिस्तान का मसला उठा था, तब किए गए थे। और उन सारों में पूना के सावरकरवादी ब्राह्मणों का हाथ साबित हुआ था। हम्म, हम्म, वो बात अलग है कि तब अंग्रेजों का राज था, और उन्होंने कोई इन्वेस्टिगेशन करके इन अक्यूज को पकड़ने की कोशिश नहीं की थी, क्योंकि हिंदू महासभा और सावरकर खास करके और आरएसएस, वो लोग ब्रिटिश के साथ वॉर एफर्ट में जुड़े थे, सेकेंड वर्ल्ड वॉर में। हम्म, तो ब्रिटेन उनके एहसानों का बदला भी दे रहा था उनसे, हम्म, तो उन्होंने उनको प्रोसिक्यूट नहीं किया। लेकिन उसके जो रिकॉर्ड्स अगर हम देखें, तो ये पता चलता है कि उसमें उनमें से 3 में तो नथुराम खुद पकड़ा गया था, हम्म, हम्म, आइडेंटिफाई होकर, right, और 2 में पूना और पूना के सावरकरवादियों का हाथ प्रूव हुआ था। तो ये दिखाता है कि ये जो कारण दिखाया गया है, और जिसको आज भी आरएसएस के जो आईटी सेल है वो व्हाट्सएप यूनिवर्सिटी में हर रोज फैलाती है, वो एक मनगढ़ंत कहानी। असली मंसूबा उनका जो था वो ये था कि कास्ट डोमिनेंस को खत्म करने की जो बात बापू ने की थी, उसका गुस्सा इन
कास्ट सुप्रीमसिस्ट को था, और उसलिए उन्होंने बापू का कांटा निकाल देने की कोशिश लगातार वो करते रहे। तुषार जी, आपने अच्छा किया, काफी कुछ एक्सप्लेन कर दिया, क्योंकि ये एक जो मिथ बना हुआ है वो भी टूटता है कि 55 करोड़ बिल्कुल। पाकिस्तान को दिलवाने के लिए उन्होंने अनशन रखा, इसलिए उनको कत्ल किया गया। तो ये अच्छी देखिए, बात, आपने सारा उन्होंने कुछ एक्सप्लेन अनशन कर दिया। रखा, उसमें कोई दो बात नहीं है, राइट। लेकिन वो अनशन रखने का कारण ये था कि दिल्ली में जो हालात हुए थे हम्म। उनके खिलाफ, जो दंगे हो रहे थे उनके खिलाफ, उन्होंने ये सोचा कि अगर दिल्ली जल गई हम्म। तो फिर भारत में को बचाना मुश्किल हो जाएगा, और इसलिए उन्होंने पीस एस्टेब्लिश करने के लिए वो फास्ट किया था। और उसी वक्त जो करार पाकिस्तान और भारत की सरकार के बीच में हुआ था, जिसमें बापू, जिसके नेगोशिएशन में बापू इन्वॉल्व नहीं थे और जिसके साइनिंग में भी बापू इन्वॉल्व नहीं थे, वो पाकिस्तान की सरकार और भारत की सरकार, इंडिपेंडेंट पाकिस्तान और इंडिपेंडेंट भारत की सरकार के मंत्रियों के बीच में एक पैक्ट हुआ था। वो एक बायलैटरल ट्रीटी थी, दो नेशंस के बीच की ट्रीटी हुई थी, जिसमें भारत ने ये वादा किया था कि हम, जो पाकिस्तान का शेयर है 55 करोड़ का, और वो शेयर भी नेगोशिएट करने में बापू का हाथ नहीं था, वो एब्सोल्युटली। इकोनॉमिक बेसिस पे फॉर्मूला बनाया गया और वो पैसे पाकिस्तान को देने हैं, ये तय किया गया, और दोनों ने म्यूचुअली वो एग्री किया और एक ट्रीटी साइन की कि भाई हम वचनबद्ध है कि हम पाकिस्तान को ये पैसा दे दें। वो साइन करने के बाद, क्योंकि रेफ्यूजीज की हालत देख रहे थे, कश्मीर में घुसपैठ शुरू हो गई थी, तो भारत में से एक आवाज उठी कि भाई ऐसे हालात में पाकिस्तान को पैसा क्यों दे रहे हो। सरकार में भी एक सोच उठी कि भाई नॉर्मलाइजेशन के बाद पैसे देंगे, तब तक हम पैसे नहीं देंगे पाकिस्तान को। तो ये एथिकली रॉन्ग डिसीजन था। राइट। और अगर ये जो पहली बायलैटरल ट्रीटी इंडिया एज ए इंडिपेंडेंट नेशन उसकी सरकार ने साइन की थी, उसमें से वो मुकर जाते तो इंटरनेशनल एरिना में उनका स्टैंडिंग खत्म हो जाता, क्योंकि किसी को भी भरोसा नहीं होता कि भाई ये लोग वचन देने के बाद मुकर नहीं जाते। पर अब सरकार के सामने ये डायलेमा हो गया था कि अगर पैसा दे दे तो वो अनपॉपुलर हो जाएगी, पैसा ना दे तो वो लीगली लायबल हो जाएगी, तो करे क्या। तो ऐसे में बापू के उपवास, अनशन का बहाना उनको मिल गया कि भाई बापू ने अनशन कर दिया, तो उन्होंने कहा कि हम दे देते हैं पैसा, और दूसरे ही दिन उन्होंने पाकिस्तान को वो पैसा दे दिया। अब अगर बापू ने वो पैसा लौटाने के लिए अनशन किया होता, सिर्फ पैसा लौटाने के लिए अनशन किया होता, तो दूसरे दिन छोड़ देते वो। उन्होंने 5 दिन तक अनशन किया, जब तक दिल्ली में शांति एस्टेब्लिश करने के लिए जो उन्होंने 11 शर्तें रखी थी, उन शर्तों को कबूल करके सारी पार्टीज ने एक पीस प्लेज साइन करके उनको नहीं दी, तब तक उन्होंने अपना अनशन बंद नहीं किया। तो पाकिस्तान को 55 करोड़ रुपया देना एक उसमें वो था, डिमांड थी, लेकिन दैट वाज नॉट द रीजन कि उन्होंने अनशन किया। मेन रीजन था कि पीस एस्टेब्लिश होना चाहिए, राइट। और पीस एस्टेब्लिश जिस दिन हुई उस दिन उन्होंने अनशन तोड़ा। तो ये भी कहना कि भाई बापू की जिद के कारण भारत को पाकिस्तान को पैसे देने पड़े, ये गलत है। एब्सोल्युटली। आगे बढ़ते हैं तुषार जी, जो मौजूदा हुक्मरान हैं हाँ, उनका जो रिश्ता है उस विचारधारा के साथ जिसके तहत बापूजी को कत्ल किया गया, थोड़ा सा उसके बारे में अगर बताना चाहें तो। देखिए, ये बात हमने समझना बहुत जरूरी है कि आरएसएस पैदा हुई है हिंदू महासभा में से। पहले हिंदू महासभा बनी, उनका जो महाराष्ट्र में ब्राह्मण ग्रुप था एक पूरा, उसमें से पूना के जो ब्राह्मण, वेस्टर्न महाराष्ट्र के जो ब्राह्मण थे, उनका वर्चस्व था, क्योंकि पेशवाओं का डोमिनेंस, जो पेशवाओं के डिसेंडेंट थे, उनका डोमिनेंस हिंदू महासभा में था। तो आरएसएस के जो ब्राह्मण थे, जो नागपुर के थे और विदर्भ के एरिया के थे, इलाके के थे, उन्होंने एक सोशल ऑर्गेनाइजेशन बनाने का प्लान बनाया।
लेकिन वो सारे के सारे हिंदू महासभा के थे। गोडसे भी हिंदू महासभा का, आरएसएस का लॉयलिस्ट था। जब आरएसएस बनाने की बात चल रही थी, उसकी मीटिंगें चल रही थी, तब नथुराम गोडसे वाज वेरी मच इन्वॉल्व इन दैट। वो जो सारे डिसीजंस लिए गए उसमें वो था। यहाँ तक कि जब गोपाल गोडसे छूट के आए जेल से, गोपाल गोडसे जो नथुराम गोडसे का छोटा भाई था और जो बापू के कत्ल में एक अक्यूज था, कन्विक्ट हुआ था, जिसे लाइफ सेंटेंस हुआ था, वो 60s में जब छूट के आए और उन्होंने अपने संस्मरण लिखे, तो उन्होंने स्पष्ट ये लिखा है कि न सिर्फ नथुराम पर हम चारों भाई, जो चारों गोडसे ब्रदर्स थे, हम लोग लाइफ लॉन्ग आरएसएस के मेंबर्स थे। हम शाखा में ही बड़े हुए और शाखा में ही रहे हमेशा। तो उन्होंने उनके आखिरी सालों में वो कई बार ये कह चुके थे कि भाई अभी हमसे क्यों नाता तोड़ रही है आरएसएस, हम तो सारे आरएसएस के ही लोग हैं। तो ये सारी बातें हैं। और जो ऑर्गेनाइजेशन में ना कोई मेंबरशिप का प्रोसीजर है, आप जिंदगी में एक बार भी उनकी शाखा में चले जाओ तो आप संघी बन जाते हो। ना आपको मेंबरशिप लगती है, ना फी भरनी पड़ती है, ना कुछ, ना वो लोग कोई रिसीट देते हैं, ना कोई आईडी देते हैं, कुछ नहीं देते। उनके पास रिकॉर्ड्स भी नहीं होते कि उनके मेंबर्स कौन है, कौन ऑफिशियल्स है, कुछ नहीं। वो ऑर्गेनाइजेशन रजिस्टर्ड नहीं है। तो वैसे में अगर वो कहे कि भाई आप बताओ हमारे रिकॉर्ड में नथुराम गोडसे का कहाँ नाम है, तो मैं कहूंगा कि भाई नरेंद्र मोदी का कहाँ नाम है वो दिखाओ मुझे आप। आपके इस कथन से मेरे दिमाग में आया एक सवाल था कि जो मोदी जी का अपना विरोधाभास है इस पूरे मुद्दे पे, उसको आप कैसे देखते बिल्कुल। हैं? एक तरफ गांधी जी को नतमस्तक हो रहे हैं, सावरकर को भी हो रहे हैं, इसके बीच उनकी पार्टी के कुछ सांसद कभी कभी नथुराम गोडसे के पक्ष में कुछ बोल देते हैं, तो उस टाइम थोड़ी देर के लिए तूफान खड़ा हो जाता है। तो ये हाँ, चल क्या रहा है? देखिए, मुझे तरस आता है मोदी जी पर कि उनके दिलों में तो नथुराम, वो डाई हार्ड, डाइड इन द वुल संघी है। और संघ हमेशा गांधी की खिलाफत के मोखरे पे रहा, लीड में रहा बापू की जीवन के दरमियान। उसने हमेशा बापू की टिका की, मुखालिफत की। आप गोलवालकर के स्पीचेस पढ़े तो भी उसमें आपको मिलेगा कि कितना उनका द्वेष था गांधी के खिलाफ। पर एज प्राइम मिनिस्टर उनका बेचारे बेचारे का नाइलाज है। वो परदेश में जाते हैं तो उनको बापू की प्रतिमा ढूंढनी पड़ती है, वहां जाकर नतमस्तक खड़ा रहना पड़ता है। मुझे काफी कई बार उनके ऊपर तरस आता है कि उनको कितना चुभता होगा वो करते वक्त, क्योंकि वो नाटक है, वो सहज नहीं है, वो स्वाभाविक नहीं है, वो भक्ति नहीं है, वो नाटक है। वो जानते हैं कि ये सब करना पड़ेगा मुझे, तभी जाके लोग, दुनिया भर के लोग मुझे मानेंगे। क्योंकि वापस जब आते हैं तो जो लोग गोडसे का महिमा मंडन करते हैं, जो लोग बापू की प्रतिमा पे गोलियां चलाते हैं, उन्हीं के साथ बैठे हुए दिखाई देते हैं। हम्म। कभी कभी वो कहते हैं कि मुझे बहुत दुख हुआ, लेकिन दुख हुआ तो एज अ प्राइम मिनिस्टर एक्शन लेना चाहिए। जब तो आप एक्शन भी नहीं लेंगे तो आपके शब्दों में कोई वजन नहीं है। पर ये हमने समझना बहुत जरूरी है कि भाई जिनके दिलों में गोडसे है, उस वैसी जगह पे गांधी तो हो नहीं सकते। हम्म, हम्म, और ये उनकी सच्चाई। हम्म। आखिर में तुषार जी, मैं आपसे जानना चाहूंगा कि इस वक्त इस ऐतिहासिक सच को मिटाने की जो कोशिशें चल रही हैं मौजूदा हुक्मरानों की बिल्कुल। तरफ से, उसके बारे में क्या बताना चाहेंगे हमारे व्यूअर्स को? नहीं, देखिए, मुझे कोई दिक्कत नहीं है कि वो लोग ऑफिशियली इतिहास में से मिटा दे, क्योंकि उनकी वापस वही मजबूरी है। अगर आजादी का इतिहास हम देखें तो उसमें एक पत्ता भर के भी मटेरियल नहीं मिलेगा कि जिसमें आरएसएस का रोल और कंट्रीब्यूशन आजादी के लिए, ना रेवोल्यूशनरीज के इतिहास में और ना ही सत्याग्रहियों के इतिहास में उनका कोई रोल हमें मिले जिससे वो हम इतिहास की बुक का एक पन्ना भी लिख सके। हम्म, तो उनके लिए वो इतिहास मिटा देना, उसे करप्ट करना, उसको झुठला देना एक नेसेसिटी बन। और हम्म, अगर वो करना है तो उनको ऐसी शख्सियत निकालनी पड़ेगी जैसे पंडित नेहरू है, बापू है। सरदार पटेल को अडॉप्ट करके वो एक कैरिकेचर बनाना चाहते हैं।
सरदार पटेल की मोदी बात करते हैं तो उन्होंने सरदार पटेल का कितना ऊंचा स्टैच्यू बनाया है उसकी ही बात करते हैं। हम्म। सरदार पटेल की हैसियत कितनी बड़ी थी, पर्सनैलिटी कितनी बड़ी थी, और इस राष्ट्र के ऊपर उनका जो उपकार है वो कितना बड़ा है, उसकी बात वो नहीं करते हैं उस तरह तरीके से। और ये दिखाता है कि उनकी भक्ति कितनी खोखली है, क्योंकि वो दिल में जानते हैं कि सरदार पटेल अगर 4 साल और जी जाते और होम मिनिस्टर रहते तो वो आरएसएस को नेस्त नाबूद कर देते। बापू के कत्ल के बाद जिस तरह से उन्होंने आरएसएस के ऊपर कार्रवाई की और उनका गुस्सा जो था आरएसएस के बारे में, वो खत्म कर देते उसको। और इसलिए वो बहुत खुश है कि वो चले गए इतने जल्दी भारत को स्वतंत्रता मिलने के बाद, ताकि अब उनको अडॉप्ट करके वो अपने रंग के सरदार पटेल सामने रख सके और उनकी पूजा कर सके। बिल्कुल। तुषार जी, बहुत शुक्रिया, आपने वक्त निकाल के हमारे साथ बात की है इतने महत्वपूर्ण दिन पे। अगर कुछ रह गया हो वो नहीं पूछ सका, अपने तरफ से ऐड करना चाहें तो कर सकते हैं जाने से पहले। नहीं, मैं सिर्फ इतना गुरप्रीत जी कहना चाहूंगा कि हमने बापू, देखिए व्यक्ति इम्पोर्टेंट नहीं थे, उनकी जो आइडियोलॉजी थी वो हमारे सर्वाइवल के लिए एक अनडिनाएबल आइडियोलॉजी है। और आज जो इंक्लूसिविटी की बात बापू ने की, सबको साथ लेके चलने की बात बापू ने की, समता की बात बापू ने की, जस्टिस की बात बापू ने की, ये बहुत जरूरी है। तो सही मायने में आज हमें वसुदैव कुटुंबकम, जहाँ सब से प्यार हो, सबका सम्मान हो और सब में समता हो, ऐसा विश्व बनाना होगा अगर हमें हमारे आने वाली पीढ़ियों के लिए कुछ करना है। और तभी जाके हम असली स्वरूप में गांधी जैसी व्यक्तियों को श्रद्धांजलि दे पाएंगे। तुषार जी, बहुत शुक्रिया, फिर मुलाकात होगी। वक्त देने के लिए धन्यवाद। जरूर जरूर जरूर, शुक्रिया गुरप्रीत जी, शुक्रिया। नमस्ते आपके सारे व्यूअर्स को। सिंपली। सो दोस्तों, आज तुषार गांधी ਜਿਹੜੇ महात्मा गांधी ਦੇ ਪ੍ਰਪੋਤੇ ਨੇ और जिन्होंने लेट्स किल गांधी नाम की एक चर्चित किताब भी लिखी है और खुद भी एक एक्टिविस्ट ने। सो इसी ਅੱਜ ਦਾ ਪ੍ਰੋਗਰਾਮ, ਮੇਰੀ ਤੁਹਾਡੀ ਮੁਲਾਕਾਤ ਹੁਣ ਹੋਵੇਗੀ ਸੋਮਵਾਰ ਨੂੰ। ਆਗੇ ਤੋਂ ਧੰਨਵਾਦ। ਹੈਵ ਅ ਨਾਈਸ ਵੀਕਐਂਡ।